ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 9th ਕਲਾਸ ਦੇ ਚੈਪਟਰ ਨੰਬਰ 4 ਦੀ ਸਬਜੈਕਟ ਕੰਪਿਊਟਰ ਸਾਇੰਸ। ਚੈਪਟਰ ਦਾ ਨਾਮ ਹੈ ਇੰਟਰੋਡਕਸ਼ਨ ਆਫ DBMS। DBMS ਦੇ ਬਾਰੇ ਜਾਣ ਪਛਾਣ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਡਾਟਾ ਅਤੇ ਇਨਫੋਰਮੇਸ਼ਨ ਦੇ ਵਿੱਚ ਕੀ ਫਰਕ ਹੁੰਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਦੇ ਬਾਰੇ ਕੋਈ ਜਾਣਕਾਰੀ ਤਿਆਰ ਕਰਨੀ ਹੁੰਦੀ ਹੈ ਤਾਂ ਅਸੀਂ ਉਸ ਬਾਰੇ ਕੁਝ ਕੱਚੀ ਜਾਣਕਾਰੀ ਕਲੈਕਟ ਕਰਦੇ ਹਾਂ, ਜਿਸ ਨੂੰ ਅਸੀਂ ਕੱਚਾ ਡਾਟਾ ਜਾਂ ਰॉ ਮਟੀਰੀਅਲ ਬੋਲਦੇ ਹਾਂ। ਉਸ ਜਾਣਕਾਰੀ ਨੂੰ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ, ਆਫਟਰ ਪ੍ਰੋਸੈਸਿੰਗ ਜੋ ਸਾਨੂੰ ਨਤੀਜਾ ਪ੍ਰਾਪਤ ਹੁੰਦਾ ਹੈ ਉਸ ਨੂੰ ਅਸੀਂ ਇਨਫੋਰਮੇਸ਼ਨ ਬੋਲਦੇ ਹਾਂ। ਡਾਟਾ ਛੋਟੇ ਤੋਂ ਛੋਟੇ ਕੱਚੇ ਪਦਾਰਥ ਹੁੰਦੇ ਹਨ, ਜਿਵੇਂ ਕਿ ਨੰਬਰ, ਕਰੈਕਟਰ, ਤਸਵੀਰਾਂ ਆਦਿ, ਜਿਨ੍ਹਾਂ ਨੂੰ ਇਕੱਠਾ ਕਰਕੇ ਪ੍ਰੋਸੈਸ ਕਰਨ ਤੋਂ ਬਾਅਦ ਇੱਕ ਮਹੱਤਵਪੂਰਨ ਜਾਣਕਾਰੀ ਜਾਂ ਇਨਫੋਰਮੇਸ਼ਨ ਬਣਾਈ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਤੁਹਾਨੂੰ ਕੋਈ 2+2 ਕਰਨ ਲਈ ਕਹਿੰਦਾ ਹੈ, 2 ਦੇ ਵਿੱਚ 2 ਨੂੰ ਐਡ ਕਰਨ ਲਈ ਬੋਲਦਾ ਹੈ। 2+2 ਇੱਕ ਕੱਚੀ ਜਾਣਕਾਰੀ ਹੈ। ਜਦੋਂ ਤੁਸੀਂ ਉਸ ਉੱਪਰ ਕੈਲਕੂਲੇਸ਼ਨ ਪਰਫਾਰਮ ਕਰਦੇ ਹੋ, ਆਫਟਰ ਕੈਲਕੂਲੇਸ਼ਨ ਜੋ ਤੁਹਾਨੂੰ ਰਿਜ਼ਲਟ ਮਿਲਦਾ ਹੈ, ਇਨਫੋਰਮੇਸ਼ਨ ਹੋਏਗੀ, ਉਸ ਨੂੰ ਅਸੀਂ ਇਨਫੋਰਮੇਸ਼ਨ ਬੋਲਾਂਗੇ। ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਪਰ 2 ਟੇਬਲ ਦੇਖ ਰਹੇ ਹੋ। ਪਹਿਲੇ ਟੇਬਲ ਦੇ ਵਿੱਚ ਅਸੀਂ ਜੋ ਜਾਣਕਾਰੀ ਕਲੈਕਟ ਕੀਤੀ ਹੈ ਉਹ ਕਿਸੇ ਸਿਸਟਮੈਟਿਕ ਵੇ ਦੇ ਨਾਲ ਸਟੋਰ ਨਹੀਂ ਕੀਤੀ ਗਈ। ਉਸ ਨੂੰ ਪੜ੍ਹਨਾ, ਸਮਝਣਾ ਅਤੇ ਉਸ ਵਿੱਚੋਂ ਕਿਸੇ ਖਾਸ ਜਾਣਕਾਰੀ ਨੂੰ ਇਕੱਠਾ ਕਰਨਾ ਜਾਂ ਵੱਖ ਕਰਨਾ ਸਾਡੇ ਲਈ ਕਾਫੀ ਮੁਸ਼ਕਿਲ ਹੋਵੇਗਾ। ਅਤੇ ਦੂਸਰੇ ਟੇਬਲ ਦੇ ਵਿੱਚ ਜੋ ਜਾਣਕਾਰੀ ਸਟੋਰ ਹੈ, ਜੋ ਇਨਫੋਰਮੇਸ਼ਨ ਸਟੋਰ ਹੈ, ਉਹ ਇੱਕ ਸਿਸਟਮੈਟਿਕ ਵੇ ਦੇ ਨਾਲ ਸਟੋਰ ਕੀਤੀ ਗਈ ਹੈ। ਅਗਰ ਤੁਸੀਂ ਕਿਸੇ ਖਾਸ ਇੱਕ ਜਾਣਕਾਰੀ ਨੂੰ, ਕਿਸੇ ਖਾਸ ਇੱਕ ਰਿਕਾਰਡ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਸ ਰਿਕਾਰਡ ਨੂੰ ਲੱਭਣ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਗਰ ਕੱਚੇ ਡਾਟੇ ਨੂੰ, ਰॉ ਮਟੀਰੀਅਲ ਨੂੰ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ ਤਾਂ ਪ੍ਰੋਸੈਸ ਤੋਂ ਬਾਅਦ ਜੋ ਸਾਨੂੰ ਨਤੀਜਾ ਮਿਲੇਗਾ ਉਸ ਨੂੰ ਅਸੀਂ ਇਨਫੋਰਮੇਸ਼ਨ ਬੋਲਾਂਗੇ। ਅੱਗੇ ਅਸੀਂ ਗੱਲ ਕਰਦੇ ਹਾਂ ਡਾਟਾਬੇਸ ਕੀ ਹੁੰਦਾ ਹੈ। ਡਾਟਾਬੇਸ ਤੋਂ ਭਾਵ ਕਿਸੇ ਜਾਣਕਾਰੀ ਨੂੰ ਸਟੋਰ ਕਰਨਾ। ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ। ਇਹ ਇੱਕ ਤਰਤੀਬਵਾਰ ਡਾਟਾ ਦਾ ਸਮੂਹ ਹੁੰਦਾ ਹੈ। ਡਾਟਾਬੇਸ ਵਿੱਚ ਸੂਚਨਾਵਾਂ ਦੀ ਇੱਕ ਉਚਿਤ ਵਿਵਸਥਾ ਹੁੰਦੀ ਹੈ। ਇਸ ਤੋਂ ਭਾਵ ਕਿ ਡਾਟਾਬੇਸ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਅਸੀਂ ਸਟੋਰ ਕਰਦੇ ਹਾਂ ਉਹ ਇੱਕ ਸਿਸਟਮੈਟਿਕ ਵੇ ਦੇ ਨਾਲ ਸਟੋਰ ਕੀਤੀ ਜਾਂਦੀ ਹੈ। ਡਾਟਾਬੇਸ ਦੀ ਇੱਕ ਉਦਾਹਰਨ ਹੈ ਕਿ ਇਸ ਵਿੱਚ ਸਾਰੇ ਹੀ ਸ਼ਬਦ ਐਲਫਾਬੈਟਿਕਲੀ ਦੇ ਕ੍ਰਮ ਵਿੱਚ ਹੁੰਦੇ ਹਨ, ਜਿਨ੍ਹਾਂ ਨੂੰ ਲੱਭਣਾ ਸਾਡੇ ਲਈ ਕਾਫੀ ਸੌਖਾ ਹੁੰਦਾ ਹੈ। ਕੰਪਿਊਟਰ ਡਾਟਾਬੇਸ ਵਿਵਸਥਿਤ ਰਿਕਾਰਡ ਦਾ ਇੱਕ ਇਕੱਠ ਹੁੰਦਾ ਹੈ ਜੋ ਕੰਪਿਊਟਰ ਵਿੱਚ ਸਟੋਰ ਹੁੰਦਾ ਹੈ। ਡਾਟਾਬੇਸ ਤੋਂ ਤੁਸੀਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕਦੇ ਹੋ ਅਤੇ ਪ੍ਰਾਪਤ ਕੀਤੀ ਗਈ ਸੂਚਨਾ ਦੇ ਆਧਾਰ ਦੇ ਉੱਤੇ ਤੁਸੀਂ ਕੋਈ ਫੈਸਲਾ ਲੈ ਸਕਦੇ ਹੋ। ਡਾਟਾਬੇਸ ਤਿਆਰ ਕਰਨ ਲਈ ਇੱਕ ਸੌਫਟਵੇਅਰ ਵਰਤਿਆ ਜਾਂਦਾ ਹੈ, ਜਿਸ ਨੂੰ ਅਸੀਂ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਬੋਲਦੇ ਹਾਂ। ਡਾਟਾਬੇਸ ਕੀ ਹੈ ਕਿ ਜਿਸ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਸਟੋਰ ਕਰਦੇ ਹੋ, ਪਰ ਉਹ ਜਾਣਕਾਰੀ ਇੱਕ ਪੈਟਰਨ ਦੇ ਵਿੱਚ ਸਟੋਰ ਹੋਏਗੀ, ਇੱਕ ਸਿਸਟਮੈਟਿਕ ਵੇ ਦੇ ਨਾਲ ਸਟੋਰ ਹੋਏਗੀ ਕਿ ਫਿਊਚਰ ਦੇ ਵਿੱਚ ਜਦੋਂ ਵੀ ਉਸ ਜਾਣਕਾਰੀ ਦੇ ਵਿੱਚੋਂ ਸਾਨੂੰ ਕਿਸੇ ਖਾਸ ਜਾਣਕਾਰੀ ਨੂੰ ਲੱਭਣਾ ਪਵੇ ਜਾਂ ਵੱਖ ਕਰਨਾ ਪਵੇ ਤਾਂ ਅਸੀਂ ਉਸ ਨੂੰ ਆਸਾਨੀ ਨਾਲ ਕਰ ਸਕੀਏ। ਡਾਟਾਬੇਸ ਨੂੰ ਸਟੋਰ ਕਰਨ ਦੇ ਲਈ ਜਿਹੜਾ ਸੌਫਟਵੇਅਰ ਵਰਤਿਆ ਜਾਵੇਗਾ ਉਸ ਨੂੰ ਅਸੀਂ DBMS ਸੌਫਟਵੇਅਰ ਬੋਲਾਂਗੇ। ਡਾਟਾਬੇਸ ਲਈ ਐਪਲੀਕੇਸ਼ਨ ਦੀ ਵਰਤੋਂ। ਡਾਟਾਬੇਸ ਸਿਸਟਮ ਐਪਲੀਕੇਸ਼ਨ ਦੀ ਵਰਤੋਂ ਕਈ ਜਗ੍ਹਾ ਦੇ ਉੱਤੇ ਕੀਤੀ ਜਾਂਦੀ ਹੈ। ਉਹਨਾਂ ਵਿੱਚੋਂ ਕਿਹੜੀਆਂ ਉਹ ਜਗ੍ਹਾ ਨੇ ਜਿਨ੍ਹਾਂ ਦੇ ਉੱਤੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਜਿਵੇਂ ਬੈਂਕਿੰਗ ਦੇ ਵਿੱਚ ਇਸ ਦੀ ਵਰਤੋਂ ਅਕਾਊਂਟਸ ਦੀ ਸਾਂਭ ਸੰਭਾਲ ਕਰਨ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਮੈਨੇਜ ਕਰਨ ਲਈ ਕੀਤੀ ਜਾਂਦੀ ਹੈ। ਏਅਰਲਾਈਨਸ ਰਿਜ਼ਰਵੇਸ਼ਨ ਅਤੇ ਇਨਫੋਰਮੇਸ਼ਨ ਦੇ ਸ਼ਡਿਊਲ ਬਣਾਉਣ ਲਈ ਕੀਤੀ ਜਾਂਦੀ ਹੈ। ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟ ਦੇ ਇਨਫੋਰਮੇਸ਼ਨ ਅਤੇ ਕੋਰਸ ਦੇ ਬਾਰੇ ਪੂਰੀ ਜਾਣਕਾਰੀ ਦੇਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਸੰਸਥਾ ਦੀ ਮਹੀਨਾਵਾਰ ਸਟੇਟਮੈਂਟ ਬਣਾਉਣ ਲਈ, ਦੂਰ ਸੰਚਾਰ ਦੇ ਲਈ, ਫਾਈਨੈਂਸ ਵਿੱਚ ਸੇਲਜ਼ ਅਤੇ ਪਰਚੇਜ਼ ਨਾਲ ਰਿਲੇਟਡ ਕਿਸੇ ਕਿਸਮ ਦੀ ਜਾਣਕਾਰੀ ਨੂੰ ਸਟੋਰ ਕਰਨ ਦੇ ਲਈ, ਸੇਲਜ਼ ਵਿੱਚ ਗ੍ਰਾਹਕ ਦੇ ਪ੍ਰੋਡਕਟਸ ਦੀ ਖਰੀਦ ਦੇ ਨਾਲ ਸੰਬੰਧਿਤ ਜਾਣਕਾਰੀ ਦੀ ਸਾਂਭ ਸੰਭਾਲ ਕਰਨ ਲਈ, ਮੈਨੂਫੈਕਚਰਿੰਗ ਵਿੱਚ, ਮੈਨੇਜਮੈਂਟ ਵਿੱਚ ਸਪਲਾਈ ਅਤੇ ਵੇਅਰਹਾਊਸ ਦੇ ਆਰਡਰ ਦੀ ਜਾਣਕਾਰੀ ਨੂੰ ਸਟੋਰ ਕਰਨ ਲਈ, ਹਿਊਮਨ ਰਿਸੋਰਸਿਸ ਵਿੱਚ ਕਰਮਚਾਰੀ ਦੀ ਸੈਲਰੀ, ਪੇਰੋਲ, ਟੈਕਸ ਆਦਿ ਜਾਣਕਾਰੀ ਨੂੰ ਸਟੋਰ ਕਰਨ ਲਈ ਅਸੀਂ ਡਾਟਾਬੇਸ ਸੌਫਟਵੇਅਰ ਦੀ ਵਰਤੋਂ ਕਰਦੇ ਹਾਂ। ਡਾਟਾਬੇਸ ਸੌਫਟਵੇਅਰ ਉਹਨਾਂ ਸਾਰੀਆਂ ਹੀ ਜਗ੍ਹਾਵਾਂ ਦੇ ਉੱਤੇ
ਯੂਜ਼ ਕੀਤਾ ਜਾਂਦਾ, ਵਰਤਿਆ ਜਾਂਦਾ, ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕਰਦੇ ਹਾਂ ਅਤੇ ਪ੍ਰੋਸੈਸ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ DBMS ਕੀ ਹੈ। DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇੱਕ ਅਜਿਹਾ ਸਿਸਟਮ ਜੋ ਤੁਹਾਡੇ ਡਾਟਾਬੇਸ ਨੂੰ ਮੈਨੇਜ ਕਰਨ ਦੇ ਕੰਮ ਆਉਂਦਾ ਹੈ, ਭਾਵ ਉਸ ਵਿੱਚੋਂ ਇਨਫੋਰਮੇਸ਼ਨ ਨੂੰ ਲੱਭਣ ਦੇ, ਉਸ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕਰਨ ਦੇ, ਕਿਸੇ ਖਾਸ ਜਾਣਕਾਰੀ ਨੂੰ ਡਿਲੀਟ ਕਰਨ ਦੇ, ਉਸ ਵਿੱਚ ਬਦਲਾਵ ਕਰਨ ਦੇ ਜਿੰਨੇ ਵੀ ਕੰਮ ਨੇ ਸਾਰਾ ਹੀ DBMS ਦੁਆਰਾ ਕੀਤੇ ਜਾਂਦੇ ਨੇ। ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਘਾਟਾਂ ਨੂੰ ਪੂਰਾ ਕਰਨ ਲਈ ਇੱਕ ਨਵਾਂ ਸਿਸਟਮ ਡਾਟਾਬੇਸ ਮੈਨੇਜਮੈਂਟ ਸਿਸਟਮ ਤਿਆਰ ਕੀਤਾ ਗਿਆ। ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੁੰਦਾ ਹੈ ਜਿਸ ਨਾਲ ਡਾਟਾਬੇਸ ਤਿਆਰ ਕੀਤੇ ਜਾਂਦੇ ਹਨ। ਡਾਟਾਬੇਸ ਮੈਨੇਜਮੈਂਟ ਸਿਸਟਮ ਯੂਜ਼ਰ ਅਤੇ ਪ੍ਰੋਗਰਾਮਰਸ ਨੂੰ ਡਾਟਾ ਬਣਾਉਣ, ਉਹਨਾਂ ਦਾ ਪ੍ਰਬੰਧ ਕਰਨ ਅਤੇ ਰਿਕਵਰੀ ਮੁਹੱਈਆ ਕਰਾਉਣ ਵਾਸਤੇ ਇੱਕ ਵਿਧੀਪੂਰਵਕ ਤਰੀਕਾ ਪ੍ਰਦਾਨ ਕਰਦਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਆਮ ਵਰਤੋਂਕਾਰ ਵਾਸਤੇ ਡਾਟਾਬੇਸ ਵਿੱਚ ਡਾਟਾ ਬਣਾਉਣਾ, ਪੜ੍ਹਨਾ, ਅਪਡੇਟ ਕਰਨਾ ਅਤੇ ਮਿਟਾਉਣਾ ਸੰਭਵ ਕਰਦਾ ਹੈ, ਭਾਵ ਕਿ ਤੁਸੀਂ ਉਸ ਵਿੱਚ ਕਿਸੇ ਵੀ ਕਿਸਮ ਦੀ ਐਡੀਟਿੰਗ ਕਰ ਸਕਦੇ ਹੋ, ਐਡ ਕਰ ਸਕਦੇ ਹੋ, ਡਿਲੀਟ ਕਰ ਸਕਦੇ ਹੋ। ਡਾਟਾਬੇਸ ਅਤੇ ਐਂਡ ਯੂਜ਼ਰ ਜਾਂ ਐਪਲੀਕੇਸ਼ਨ ਪ੍ਰੋਗਰਾਮ ਵਿੱਚ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ। DBMS ਡਾਟਾਬੇਸ ਅਤੇ ਐਂਡ ਯੂਜ਼ਰਸ ਜਾਂ ਵੱਖ-ਵੱਖ ਤਰ੍ਹਾਂ ਦੀਆਂ ਐਪਲੀਕੇਸ਼ਨ ਪ੍ਰੋਗਰਾਮਸ ਦੇ ਵਿੱਚ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ ਅਤੇ ਯਕੀਨੀ ਬਣਾਉਂਦਾ ਹੈ ਕਿ ਡਾਟਾ ਪੂਰੀ ਤਰ੍ਹਾਂ ਵਿਵਸਥਿਤ ਅਤੇ ਸੰਗਠਿਤ ਹੈ ਅਤੇ ਇਸ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। DBMS ਦਾ ਮਹੱਤਵਪੂਰਨ ਕੰਮ ਬਹੁਤ ਸਾਰੇ ਯੂਜ਼ਰਸ ਨੂੰ ਡਾਟਾ ਲੱਭਣ ਵਾਸਤੇ ਕਾਬਲ ਅਤੇ ਵਿਸ਼ਵਾਸਯੋਗ ਤਰੀਕੇ ਜਾਂ ਢੰਗ ਨੂੰ ਪ੍ਰਦਾਨ ਕਰਨਾ ਹੈ। DBMS ਦਾ ਜੋ ਮੁੱਖ ਕੰਮ ਹੈ ਉਹ ਤੁਹਾਡੇ ਡਾਟਾਬੇਸ ਅਤੇ ਜੋ ਵੀ ਤੁਸੀਂ ਸੌਫਟਵੇਅਰ ਯੂਜ਼ ਕਰ ਰਹੇ ਹੋ ਜਾਂ ਜਿੰਨੇ ਵੀ ਯੂਜ਼ਰਸ ਉਸ ਡਾਟਾਬੇਸ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦੇ ਵਿਚਕਾਰ ਇੱਕ ਇੰਟਰਫੇਸ ਦੇ ਵਾਂਗ ਕੰਮ ਕਰਦਾ ਹੈ। ਜਿਵੇਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਰਹੇ ਹੋ ਕਿ ਅਸੀਂ ਇਸ ਜਗ੍ਹਾ ਦੇ ਉੱਪਰ ਇੱਕ ਡਾਟਾਬੇਸ ਨੂੰ ਸਟੋਰ ਕੀਤਾ ਹੋਇਆ ਹੈ ਅਤੇ ਯੂਜ਼ਰ 1, ਯੂਜ਼ਰ 2 ਅਤੇ 3 ਤਿੰਨੋਂ ਹੀ ਇਸ ਡਾਟਾਬੇਸ ਨੂੰ ਯੂਜ਼ ਕਰਨਾ ਚਾਹੁੰਦੇ ਹਨ, ਇਸ ਵਿੱਚ ਮੋਡੀਫਿਕੇਸ਼ਨ ਕਰਨਾ ਜਾਂ ਇਸ ਨੂੰ ਅਪਡੇਟ ਕਰਨਾ ਚਾਹੁੰਦੇ ਹਨ। ਤਾਂ ਇਹਨਾਂ ਯੂਜ਼ਰਸ ਨੂੰ ਇੱਕ DBMS ਸੌਫਟਵੇਅਰ ਦੀ ਲੋੜ ਪਏਗੀ ਅਤੇ ਇਹ DBMS ਸੌਫਟਵੇਅਰ ਡਾਟਾਬੇਸ ਅਤੇ ਵੱਖ-ਵੱਖ ਤਰ੍ਹਾਂ ਦੇ ਯੂਜ਼ਰਸ ਜਾਂ ਵੱਖ-ਵੱਖ ਤਰ੍ਹਾਂ ਦੀਆਂ ਐਪਲੀਕੇਸ਼ਨਸ ਦੇ ਵਿਚਕਾਰ ਇੱਕ ਲਿੰਕ ਕ੍ਰੀਏਟ ਕਰੇਗਾ ਅਤੇ ਉਹਨਾਂ ਤੱਕ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਨੂੰ ਮੁਹੱਈਆ ਕਰਵਾਵੇਗਾ। DBMS ਦੇ ਲਾਭ ਵੀ ਨੇ ਅਤੇ ਕੁਝ ਹਾਨੀਆਂ ਵੀ ਨੇ। ਸਭ ਤੋਂ ਪਹਿਲਾਂ ਅਸੀਂ ਲਾਭ ਦੀ ਗੱਲ ਕਰਦੇ ਹਾਂ। ਡਾਟਾਬੇਸ ਮੈਨੇਜਮੈਂਟ ਸਿਸਟਮ ਡੁਪਲੀਕੇਸੀ ਨੂੰ ਕੰਟਰੋਲ ਕਰਦਾ ਹੈ। ਸੈਂਟਰਲ ਡਾਟਾਬੇਸ ਨਾਲ ਰਿਡੰਡੈਂਸੀ ਨੂੰ ਕੰਟਰੋਲ ਕਰਨ ਦਾ ਕੰਮ ਕੀਤਾ ਜਾ ਸਕਦਾ ਹੈ। ਡਾਟਾ ਬਹੁਤ ਸਾਰੇ ਯੂਜ਼ਰ ਵਿੱਚ ਵੰਡਿਆ ਜਾ ਸਕਦਾ ਹੈ। ਸਾਨੂੰ ਡਾਟਾ ਦੇ ਨਸ਼ਟ ਹੋਣ ਦੀ ਕੋਈ ਚਿੰਤਾ ਨਹੀਂ ਹੁੰਦੀ। ਡਾਟਾਬੇਸ ਮੈਨੇਜਮੈਂਟ ਸਿਸਟਮ ਬੈਕਅਪ ਦੀ ਸੁਵਿਧਾ ਮੁਹੱਈਆ ਕਰਵਾਉਂਦਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਵਿੱਚ ਅਣਅਧਿਕਾਰਤ ਵਰਤੋਂ ਉੱਤੇ ਰੋਕ ਲਗਾਈ ਜਾ ਸਕਦੀ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਵਿਅਕਤੀਗਤ ਲੋੜਾਂ ਅਤੇ ਉਦਯੋਗਿਕ ਲੋੜਾਂ ਨੂੰ ਪੂਰੀਆਂ ਕਰਦਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸੈਂਟਰਲ ਜਾਂ ਕੇਂਦਰੀ ਸਿਸਟਮ ਹੈ, ਜਿਸ ਕਰਕੇ ਇਸ ਦਾ ਮਿਆਰ ਕਾਫੀ ਉੱਚਾ ਹੁੰਦਾ ਹੈ। ਇਸ ਮਿਆਰ ਨੂੰ ਬਹੁਤ ਹੀ ਆਸਾਨੀ ਦੇ ਨਾਲ ਕਿਸੇ ਕੰਪਨੀ, ਵਿਭਾਗੀ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਉੱਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਕੁਝ ਲਾਭ ਨੇ ਜੋ ਸਾਨੂੰ DBMS ਸੌਫਟਵੇਅਰ ਪ੍ਰੋਵਾਈਡ ਕਰਾਂਦਾ। ਇਸ ਦੇ ਨਾਲ ਇਸ ਦੀਆਂ ਕੁਝ ਹਾਨੀਆਂ ਵੀ ਨੇ, ਜਿਵੇਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਵਰਤੋਂ ਕਰਨ ਦੇ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਹੈ। ਹਾਲਾਂਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ, ਪਰ ਇਹ ਇੱਕ ਖਾਸ ਐਪਲੀਕੇਸ਼ਨ ਲਈ ਨਹੀਂ ਹੁੰਦਾ। ਇਸ ਲਈ ਕੁਝ ਐਪਲੀਕੇਸ਼ਨ ਦੀ ਰਫ਼ਤਾਰ ਘਟ ਜਾਂਦੀ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਕੀਮਤ ਕੰਮ ਅਤੇ ਵਾਤਾਵਰਣ ਦੇ ਮੁਤਾਬਿਕ ਵੱਧ ਜਾਂ ਘੱਟ ਹੋ ਸਕਦੀ ਹੈ। ਹਰ ਸਾਲ ਇਸ ਦਾ ਪ੍ਰਬੰਧਨ ਕਰਨ ਦਾ ਖਰਚਾ ਵੀ ਹੁੰਦਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਲਈ ਫਾਲਤੂ ਹਾਰਡਵੇਅਰ ਦੀ ਕੋਈ ਵੀ ਲੋੜ ਨਹੀਂ ਹੁੰਦੀ। ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣਾ ਔਖਾ ਹੁੰਦਾ ਹੈ। ਇਸ ਨੂੰ ਬਦਲਣ ਦੀ ਕੀਮਤ ਵੀ ਕਾਫੀ ਜ਼ਿਆਦਾ ਹੁੰਦੀ ਹੈ। ਤੁਸੀਂ ਜਿਸ ਸਿਸਟਮ ਦੇ ਵਿੱਚ ਵੀ ਉਸ ਸੌਫਟਵੇਅਰ ਨੂੰ ਯੂਜ਼ ਕਰ ਰਹੇ ਹੁੰਦੇ ਹੋ, ਉਸ ਸੌਫਟਵੇਅਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਲੈ ਕੇ ਜਾਣ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਕੁਝ ਕੰਮ ਇੰਨੇ ਗੁੰਝਲਦਾਰ ਹਨ ਕਿ ਇਹ ਸੌਫਟਵੇਅਰ ਦਾ ਬਹੁਤ ਵੱਡਾ ਹਿੱਸਾ ਮੈਮਰੀ ਵਿੱਚ ਥਾਂ ਘੇਰਦਾ ਹੈ ਅਤੇ ਇਸ ਨੂੰ ਸਹੀ ਤਰੀਕੇ ਨਾਲ ਚੱਲਣ ਲਈ ਇੱਕ ਵੱਡੀ ਮਾਤਰਾ ਵਿੱਚ ਮੈਮਰੀ ਦੀ ਲੋੜ ਹੁੰਦੀ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ DBA ਕੀ ਹੁੰਦਾ ਹੈ।
DBA ਦਾ ਪੂਰਾ ਨਾਮ ਹੁੰਦਾ ਹੈ ਡੈਟਾਬੇਸ ਐਡਮਿਨਿਸਟ੍ਰੇਟਰ। ਇਹ ਇੱਕ ਵਿਅਕਤੀ ਜਾਂ ਇੱਕ ਸੰਸਥਾ ਜਾਂ ਵੱਖ-ਵੱਖ ਵਿਅਕਤੀਆਂ ਦਾ ਸਮੂਹ ਹੋ ਸਕਦਾ ਹੈ ਜਿਨ੍ਹਾਂ ਦਾ ਕੰਮ ਕੀ ਹੈ ਕਿ ਡਾਟਾਬੇਸ ਨੂੰ ਮੈਨੇਜ ਕਰਨਾ ਅਤੇ ਇਹ ਸਾਰੀਆਂ ਹੀ ਡਾਟਾਬੇਸ ਦੀਆਂ ਗਤੀਵਿਧੀਆਂ ਉੱਤੇ ਕੰਟਰੋਲ ਰੱਖਦਾ ਹੈ ਜਿਸ ਨਾਲ ਇੱਕ ਸਫਲ ਡਾਟਾਬੇਸ ਬਣਾਇਆ ਜਾ ਸਕੇ। DBA ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਿਲ ਹੈ ਜਿਵੇਂ ਕਿ ਡਿਜ਼ਾਈਨ ਬਣਾਉਣਾ, ਡਿਜ਼ਾਈਨ ਨੂੰ ਲਾਗੂ ਕਰਨਾ, ਡਾਟਾਬੇਸ ਸਿਸਟਮ ਬਣਾਉਣਾ, ਉਸ ਦਾ ਪ੍ਰਬੰਧ ਕਰਨਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਤਰੀਕਿਆਂ ਨੂੰ ਯੂਜ਼ ਕਰਨਾ ਜਿਸ ਦੇ ਨਾਲ ਸਾਡਾ ਡਾਟਾਬੇਸ ਜੋ ਹੈ ਸੁਰੱਖਿਅਤ ਰੱਖਿਆ ਜਾ ਸਕੇ। ਇਹ ਸਾਰੇ ਹੀ ਕੰਮ DBA ਦੁਆਰਾ ਕੰਟਰੋਲ ਕੀਤੇ ਜਾਂਦੇ ਹਨ। DBA ਦੀਆਂ ਹੋਰ ਮੁੱਖ ਜ਼ਿੰਮੇਵਾਰੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ? ਜਿਵੇਂ DBA ਨੂੰ ਡਾਟਾਬੇਸ ਡਿਜ਼ਾਈਨ ਕਰਨ ਅਤੇ ਉਸ ਨੂੰ ਲਾਗੂ ਕਰਨ ਦਾ ਧਿਆਨ ਰੱਖਣਾ ਪੈਂਦਾ ਹੈ। DBA ਡਾਟਾਬੇਸ ਦੀ ਸੁਰੱਖਿਆਵਾਂ ਨੂੰ ਲਾਗੂ ਕਰਦਾ ਹੈ ਅਤੇ ਕਾਇਮ ਰੱਖਦਾ ਹੈ। DBA ਡਾਟਾਬੇਸ ਲਈ ਐਪਲੀਕੇਸ਼ਨ ਕਾਰਜਕੁਸ਼ਲਤਾ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੁੰਦਾ ਹੈ। DBA ਦੀ ਦਸਤਾਵੇਜ਼ ਅਤੇ ਪੈਮਾਨੇ ਨਿਰਧਾਰਿਤ ਕਰਨ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। DBA ਯੋਜਨਾ ਅਤੇ ਵਿਕਾਸ ਦਰ ਦਾ ਵੀ ਧਿਆਨ ਰੱਖਦਾ ਹੈ। DBA ਇੱਕ ਪੱਕਾ ਬੈਕਅਪ ਅਤੇ ਰਿਕਵਰੀ ਮੁਹੱਈਆ ਕਰਵਾਉਣ ਲਈ ਇੱਕ ਪਾਲਿਸੀ ਤਿਆਰ ਕਰਦਾ ਹੈ। DBA ਇਹ ਵੀ ਤਿਆਰ ਕਰਦਾ ਹੈ ਕਿ ਕਿਹੜਾ ਹਾਰਡਵੇਅਰ ਯੂਜ਼ ਕੀਤਾ ਜਾ ਸਕੇ। ਹੋਰ ਵੀ ਕਈ ਪ੍ਰਕਾਰ ਦੇ ਕੰਮ ਹੁੰਦੇ ਨੇ ਜੋ DBA ਕਰਦਾ ਹੈ। DBA ਦਾ ਜੋ ਮੁੱਖ ਕੰਮ ਹੁੰਦਾ ਹੈ ਉਹ ਇਹੀ ਹੈ ਕਿ ਤੁਹਾਡੇ ਡਾਟਾਬੇਸ ਨੂੰ ਮੈਨੇਜ ਕਰਨ ਲਈ ਵੱਖ-ਵੱਖ ਤਰੀਕਿਆਂ ਨੂੰ ਤਿਆਰ ਕਰਨਾ, ਤੁਹਾਡੇ ਡਾਟਾਬੇਸ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨਾ ਅਤੇ ਅਣਅਧਿਕਾਰਿਤ ਪਹੁੰਚ ਨੂੰ ਰੋਕਣਾ। ਅੱਗੇ ਅਸੀਂ ਗੱਲ ਕਰਦੇ ਹਾਂ ਕਿ DBMS ਵਿੱਚ ਐਂਟੀਟੀ ਕੀ ਹੁੰਦੀ ਹੈ। DBMS ਵਿੱਚ ਐਂਟੀਟੀ ਅਤੇ ਇਸ ਦੇ ਐਟਰੀਬਿਊਟਸ ਹੇਠਾਂ ਲਿਖੇ ਅਨੁਸਾਰ ਹਨ। ਐਂਟੀਟੀ ਤੋਂ ਭਾਵ ਇਹ ਉਹ ਚੀਜ਼ ਹੁੰਦੀ ਹੈ ਜਿਸ ਦੇ ਬਾਰੇ ਅਸੀਂ ਜਦੋਂ ਕੋਈ ਜਾਣਕਾਰੀ ਇਕੱਠੀ ਕਰਦੇ ਹਾਂ ਤਾਂ ਉਸ ਨੂੰ ਅਸੀਂ ਐਂਟੀਟੀ ਬੋਲਦੇ ਹਾਂ। ਉਦਾਹਰਨ ਦੇ ਤੌਰ 'ਤੇ ਅਗਰ ਤੁਸੀਂ ਕਿਸੇ ਸਟੂਡੈਂਟ ਦੇ ਬਾਰੇ ਕੋਈ ਇਨਫੋਰਮੇਸ਼ਨ ਸਟੋਰ ਕਰ ਰਹੇ ਹੋ, ਲਾਈਕ ਸਟੂਡੈਂਟ ਦਾ ਨਾਮ ਕੀ ਹੈ, ਸਟੂਡੈਂਟ ਦਾ ਰੋਲ ਨੰਬਰ ਕੀ ਹੈ, ਉਸਦੇ ਫਾਦਰ ਦਾ ਕੀ ਨਾਮ ਹੈ, ਕਲਾਸ ਕਿਹੜੀ ਹੈ, ਤਾਂ ਇਸ ਵਿੱਚ ਇਸ ਡਾਟਾਬੇਸ ਦੀ ਐਂਟੀਟੀ ਕੀ ਹੋਏਗੀ? ਸਟੂਡੈਂਟ। ਉਦਾਹਰਨ ਦੇ ਤੌਰ 'ਤੇ ਜਿਵੇਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਇੱਕ ਟੇਬਲ ਦੇਖ ਰਹੇ ਹੋ ਜਿਸ ਵਿੱਚ ਅਸੀਂ ਵੱਖ-ਵੱਖ ਸਟੂਡੈਂਟਸ ਦੀ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਹੋਇਆ ਜਿਸ ਵਿੱਚ ਸਟੂਡੈਂਟ ਦਾ ਰੋਲ ਨੰਬਰ, ਕਲਾਸ ਨੇਮ, ਫਾਦਰ ਨੇਮ, ਮਦਰ ਨੇਮ, ਮੋਬਾਈਲ ਨੰਬਰ, ਐਡਰੈਸ ਅਤੇ ਇਸ ਤਰ੍ਹਾਂ ਦੇ ਡਾਟਾਬੇਸ ਦੇ ਵਿੱਚ ਜਿਸ ਵਿੱਚ ਅਸੀਂ ਕਿਸੇ ਖਾਸ ਪ੍ਰੋਡਕਟ ਦੇ ਬਾਰੇ ਜਾਂ ਖਾਸ ਪਰਸਨ ਦੇ ਬਾਰੇ ਇਨਫੋਰਮੇਸ਼ਨ ਸਟੋਰ ਕਰ ਰਹੇ ਹਾਂ ਤਾਂ ਉਸ ਨੂੰ ਅਸੀਂ ਉਸਦੀ ਐਂਟੀਟੀ ਬੋਲਾਂਗੇ। ਇਸ ਟੇਬਲ ਵਿੱਚ ਸਟੂਡੈਂਟ ਕੀ ਹੋਏਗਾ? ਇਸ ਦੀ ਐਂਟੀਟੀ ਹੋਏਗੀ। ਐਂਟੀਟੀ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ? ਨੰਬਰ 1 ਵੀਕ ਐਂਟੀਟੀ ਅਤੇ ਨੰਬਰ 2 ਸਟਰੋਂਗ ਐਂਟੀਟੀ। ਵੀਕ ਜਾਂ ਕਮਜ਼ੋਰ ਐਂਟੀਟੀ ਇੱਕ ਅਜਿਹੀ ਐਂਟੀਟੀ ਹੁੰਦੀ ਹੈ ਜੋ ਆਪਣੇ ਐਟਰੀਬਿਊਟਸ ਦੁਆਰਾ ਵੱਖਰੀ ਪਛਾਣੀ ਨਹੀਂ ਜਾ ਸਕਦੀ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਇੱਕ ਅਜਿਹੀ ਕਿਸਮ ਦੀ ਐਂਟੀਟੀ ਜਿਸ ਵਿੱਚ ਕਿਸੇ ਵੀ ਪ੍ਰਾਇਮਰੀ ਕੀ ਨੂੰ ਯੂਜ਼ ਨਹੀਂ ਕੀਤਾ ਗਿਆ। ਸਟਰੋਂਗ ਐਂਟੀਟੀ ਉਹ ਐਂਟੀਟੀ ਜਿਸ ਉੱਤੇ ਪ੍ਰਾਇਮਰੀ ਕੀ ਲੱਗੀ ਹੁੰਦੀ ਹੈ ਉਸ ਨੂੰ ਅਸੀਂ ਵਧੀਆ ਐਂਟੀਟੀ ਜਾਂ ਸਟਰੋਂਗ ਐਂਟੀਟੀ ਬੋਲਦੇ ਹਾਂ। ਇਸ ਨਾਲ ਡਾਟਾ ਵਿੱਚ ਇੱਕ ਵੱਖਰਾਪਨ ਆ ਜਾਂਦਾ ਹੈ ਕਿ ਅਸੀਂ ਵੱਖ-ਵੱਖ ਰਿਕਾਰਡਸ ਨੂੰ ਸੈਪਰੇਟਲੀ ਆਇਡੈਂਟੀਫਾਈ ਕਰ ਸਕਦੇ ਹਾਂ। ਅਗਰ ਛੋਟੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ, ਵੀਕ ਐਂਟੀਟੀ ਤੋਂ ਭਾਵ ਅਜਿਹਾ ਡਾਟਾਬੇਸ ਜਿਸ ਵਿੱਚ ਪ੍ਰਾਇਮਰੀ ਕੀ ਦੀ ਵਰਤੋਂ ਨਾ ਕੀਤੀ ਜਾਵੇ। ਸਟਰੋਂਗ ਐਂਟੀਟੀ ਤੋਂ ਭਾਵ ਅਜਿਹਾ ਡਾਟਾਬੇਸ ਜਿਸ ਦੇ ਵਿੱਚ ਪ੍ਰਾਇਮਰੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਨ ਐਂਟੀਟੀ ਦੀਆਂ ਕਿਸਮਾਂ। ਅੱਗੇ ਅਸੀਂ ਗੱਲ ਕਰਦੇ ਹਾਂ ਕਿ DBMS ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕੀਜ਼ ਹੁੰਦੀਆਂ ਨੇ ਜਿਵੇਂ ਪ੍ਰਾਇਮਰੀ ਕੀ, ਫੋਰਨ ਕੀ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕੀਜ਼। ਉਹ ਕੀਜ਼ ਕੀ ਹੁੰਦੀਆਂ ਨੇ ਅਤੇ ਉਹਨਾਂ ਦਾ ਕੰਮ ਕੀ ਹੁੰਦਾ ਹੈ? ਕੀਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਇਹਨਾਂ ਦੀ ਵਰਤੋਂ ਟੇਬਲਸ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਇਹ ਕੀਜ਼ ਦੀ ਮਦਦ ਦੇ ਨਾਲ ਟੇਬਲ ਵਿੱਚ ਹਰ ਰਿਕਾਰਡ ਨੂੰ ਇੱਕ ਜਾਂ ਇੱਕ ਤੋਂ ਵੱਧ ਫੀਲਡ ਦੇ ਸੁਮੇਲ ਤੋਂ ਵੱਖਰੇ ਤੌਰ 'ਤੇ ਜਾਣਿਆ ਜਾ ਸਕਦਾ ਹੈ। ਇਹਨਾਂ ਕੀਜ਼ ਨੂੰ ਯੂਜ਼ ਕਰਕੇ ਅਸੀਂ ਵੱਖ-ਵੱਖ ਰਿਕਾਰਡਸ ਨੂੰ ਸੈਪਰੇਟ ਕਰ ਸਕਦੇ ਹਾਂ ਜਾਂ ਕਿਸੇ ਵੀ ਜਾਣਕਾਰੀ ਨੂੰ ਲੱਭਣ ਦੇ ਵਿੱਚ ਇਹ ਕੀਜ਼ ਸਾਡੀ ਮਦਦ ਕਰ ਸਕਦੀਆਂ ਹਨ। ਜਿਵੇਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸੁਪਰ ਕੀ। ਸੁਪਰ ਕੀ ਐਟਰੀਬਿਊਟਸ ਦਾ ਉਹ ਸੰਗ੍ਰਹਿ ਹੈ ਜੋ ਕਿ ਟੇਬਲ ਦੇ ਵਿਚਕਾਰ ਰਿਕਾਰਡ ਨੂੰ ਵੱਖਰੇ ਤੌਰ 'ਤੇ ਪਹਿਚਾਣਦੀਆਂ ਹਨ। ਸੁਪਰ ਕੀਜ਼ ਕੈਂਡੀਡੇਟ ਕੀ ਦਾ ਹੀ ਇੱਕ ਸੁਪਰ ਸੈੱਟ ਹੁੰਦਾ ਹੈ। ਸੁਪਰ ਕੀਜ਼ ਤੋਂ ਭਾਵ ਹੈ ਕਿ
ਤੁਹਾਡੇ ਡਾਟਾਬੇਸ ਦੇ ਵਿੱਚ ਜਾਂ ਜਿਸ ਟੇਬਲ ਦੇ ਵਿੱਚ ਤੁਸੀਂ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਹੈ ਉਸ ਵਿੱਚ ਉਹ ਵਾਲੇ ਰਿਕਾਰਡ ਜਿਨ੍ਹਾਂ ਨੂੰ ਅਸੀਂ ਵੱਖਰੇ ਤੌਰ ਤੇ ਪਹਿਚਾਣਦੇ ਹਾਂ ਜਾਂ ਵੱਖਰੇ ਤੌਰ ਤੇ ਰੀਡ ਕਰਦੇ ਹਾਂ, ਸਟੋਰ ਕਰਦੇ ਹਾਂ, ਉਹ ਸਾਰੀਆਂ ਫੀਲਡਸ ਨੂੰ ਅਸੀਂ ਸੁਪਰ ਕੀਜ਼ ਦੇ ਵਜੋਂ ਯੂਜ਼ ਕਰ ਸਕਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਕੈਂਡੀਡੇਟ ਕੀ ਹੁੰਦੀ ਹੈ। ਕੈਂਡੀਡੇਟ ਕੀਜ਼ ਫੀਲਡ ਦਾ ਉਹ ਸੰਗ੍ਰਹਿ ਹਨ ਜਿਨ੍ਹਾਂ ਵਿੱਚੋਂ ਪ੍ਰਾਇਮਰੀ ਕੀ ਦੀ ਚੋਣ ਕੀਤੀ ਜਾ ਸਕਦੀ ਹੈ। ਇਹ ਇੱਕ ਐਟਰੀਬਿਊਟ ਜਾਂ ਐਟਰੀਬਿਊਟਸ ਦਾ ਇੱਕ ਸੈੱਟ ਹੈ ਜੋ ਕਿ ਹਰ ਇੱਕ ਰਿਕਾਰਡ ਦੀ ਪਹਿਚਾਣ ਕਰਨ ਲਈ ਟੇਬਲ ਵਿੱਚ ਪ੍ਰਾਇਮਰੀ ਕੀ ਦਾ ਕੰਮ ਕਰਦਾ ਹੈ। ਕੈਂਡੀਡੇਟ ਕੀ ਤੋਂ ਭਾਵ ਤੁਹਾਡੇ ਡਾਟਾਬੇਸ ਜਾਂ ਟੇਬਲ ਦੇ ਵਿੱਚ ਅਜਿਹੀਆਂ ਫੀਲਡਸ ਜਿਨ੍ਹਾਂ ਨੂੰ ਅਸੀਂ ਐਜ਼ ਏ ਪ੍ਰਾਇਮਰੀ ਕੀ ਯੂਜ਼ ਕਰ ਸਕੀਏ, ਉਹਨਾਂ ਸਾਰੀਆਂ ਫੀਲਡਸ ਨੂੰ ਅਸੀਂ ਕੈਂਡੀਡੇਟ ਕੀਜ਼ ਬੋਲਦੇ ਹਾਂ। ਜਿਵੇਂ ਉਦਾਹਰਨ ਦੇ ਤੌਰ ਤੇ ਸਾਡੇ ਐਸ ਸਟੂਡੈਂਟ ਨਾਂ ਦੇ ਟੇਬਲ ਦੇ ਵਿੱਚ 2 ਫੀਲਡ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਨੂੰ ਅਸੀਂ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਹਾਂ, ਜਿਨ੍ਹਾਂ ਦੀ ਡੁਪਲੀਕੇਸੀ ਨਹੀਂ ਹੋ ਸਕਦੀ। ਜਿਵੇਂ ਰੋਲ ਨੰਬਰ, ਹਰ ਵਿਦਿਆਰਥੀ ਦਾ ਆਪਣਾ ਇੱਕ ਵੱਖਰਾ ਰੋਲ ਨੰਬਰ ਹੋ ਸਕਦਾ ਹੈ, ਕਦੇ ਵੀ 2 ਵਿਦਿਆਰਥੀਆਂ ਦਾ ਰੋਲ ਨੰਬਰ ਸੇਮ ਨਹੀਂ ਹੋਏਗਾ। ਇਸੇ ਤਰ੍ਹਾਂ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਵੀ ਸੈਪਰੇਟ ਹੁੰਦਾ ਹੈ, ਕਦੇ ਵੀ 2 ਕੈਂਡੀਡੇਟਸ ਦਾ ਜਾਂ ਸਟੂਡੈਂਟਸ ਦਾ ਰਜਿਸਟ੍ਰੇਸ਼ਨ ਨੰਬਰ ਸੇਮ ਨਹੀਂ ਹੁੰਦਾ। ਇਸ ਲਈ ਅਸੀਂ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਨਾਂ ਦੀਆਂ ਫੀਲਡਸ ਦੇ ਵਿੱਚੋਂ ਕਿਸੇ ਇੱਕ ਫੀਲਡ ਨੂੰ ਅਸੀਂ ਐਜ਼ ਏ ਪ੍ਰਾਇਮਰੀ ਕੀ ਯੂਜ਼ ਕਰ ਸਕਦੇ ਹਾਂ। ਸੋ ਇਸ ਲਈ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਨਾਂ ਦੀਆਂ ਫੀਲਡਸ ਨੂੰ ਅਸੀਂ ਕੈਂਡੀਡੇਟ ਕੀਜ਼ ਬੋਲਾਂਗੇ। ਅੱਗੇ ਹੈ ਪ੍ਰਾਇਮਰੀ ਕੀ। ਪ੍ਰਾਇਮਰੀ ਕੀ ਕਿਸੇ ਵੀ ਟੇਬਲ ਦੀ ਸਭ ਤੋਂ ਇੰਪੋਰਟੈਂਟ ਕੀ ਹੁੰਦੀ ਹੈ ਜਿਸ ਦੇ ਨਾਲ ਅਸੀਂ ਹਰ ਰਿਕਾਰਡ ਨੂੰ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਹਾਂ। ਪ੍ਰਾਇਮਰੀ ਕੀ ਇੱਕ ਕੈਂਡੀਡੇਟ ਕੀ ਹੈ ਜੋ ਟੇਬਲ ਦੀ ਮੁੱਖ ਕੀ ਬਣਨ ਲਈ ਸਭ ਤੋਂ ਢੁਕਵੀਂ ਹੁੰਦੀ ਹੈ। ਇਹ ਉਹ ਕੀ ਹੈ ਜੋ ਟੇਬਲ ਦੇ ਵਿਚਲੇ ਰਿਕਾਰਡ ਦੀ ਵੱਖਰੇ ਤੌਰ ਤੇ ਪਹਿਚਾਣ ਕਰਦੀ ਹੈ ਜਾਂ ਪਹਿਚਾਣ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਇਸ ਟੇਬਲ ਦੇ ਵਿੱਚ ਰੋਲ ਨੰਬਰ ਨੂੰ ਅਸੀਂ ਪ੍ਰਾਇਮਰੀ ਕੀ ਬਣਾਇਆ ਹੈ ਕਿਉਂਕਿ ਰੋਲ ਨੰਬਰ ਕਦੇ ਵੀ ਸੇਮ ਨਹੀਂ ਹੋ ਸਕਦੇ। ਇਸ ਲਈ ਅਸੀਂ ਰੋਲ ਨੰਬਰ ਦੀ ਮਦਦ ਦੇ ਨਾਲ ਹਰ ਸਟੂਡੈਂਟ ਦੀ ਰਿਕਾਰਡ ਨੂੰ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਫੋਰਨ ਕੀ ਹੁੰਦੀ ਹੈ। ਫੋਰਨ ਕੀ ਰਿਲੇਸ਼ਨਲ ਡਾਟਾਬੇਸ ਵਿੱਚ ਇੱਕ ਅਜਿਹੀ ਕੀ ਹੁੰਦੀ ਹੈ ਜੋ ਕਿ 2 ਟੇਬਲ ਦੇ ਵਿਚਕਾਰ ਇੱਕ ਲਿੰਕ ਕ੍ਰੀਏਟ ਕਰਦੀ ਹੈ, ਪਰ ਇਹ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀ ਹੁੰਦੀ ਹੈ ਜੋ ਕਿ ਇਹਨਾਂ ਦੇ ਵਿਚਕਾਰ ਲਿੰਕ ਸਥਾਪਿਤ ਕਰਦੀ ਹੈ। ਫੋਰਨ ਕੀ ਨੂੰ ਪ੍ਰਾਇਮਰੀ ਕੀ ਦੇ ਮੁਕਾਬਲੇ ਲਾਗੂ ਕਰਨਾ ਮੁਸ਼ਕਿਲ ਹੁੰਦਾ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪਹਿਲੇ ਟੇਬਲ ਦੀ ਪ੍ਰਾਇਮਰੀ ਕੀ ਦੂਜੇ ਟੇਬਲ ਦੀ ਫੋਰਨ ਕੀ ਬਣ ਜਾਂਦੀ ਹੈ। ਜਦੋਂ ਅਸੀਂ 2 ਵੱਖ-ਵੱਖ ਟੇਬਲ ਦੇ ਵਿਚਕਾਰ ਲਿੰਕ ਕ੍ਰੀਏਟ ਕਰਦੇ ਹਾਂ ਤਾਂ ਉਸ ਲਿੰਕ ਨੂੰ ਕ੍ਰੀਏਟ ਕਰਨ ਲਈ ਸਾਨੂੰ ਕਿਸੇ ਨਾ ਕਿਸੇ ਕੀ ਦੀ ਲੋੜ ਪੈਂਦੀ ਹੈ ਜੋ ਵੱਖ-ਵੱਖ ਰਿਕਾਰਡਸ ਨੂੰ ਯੂਨੀਕਲੀ ਆਇਡੈਂਟੀਫਾਈ ਕਰ ਸਕੇ। ਇਸ ਲਈ ਅਗਰ ਕੋਈ ਇੱਕ ਫੀਲਡ ਕਿਸੇ ਟੇਬਲ ਦੇ ਵਿੱਚ ਪ੍ਰਾਇਮਰੀ ਕੀ ਦੇ ਵਜੋਂ ਕੰਮ ਕਰ ਰਹੀ ਹੈ, ਅਸੀਂ ਉਸੇ ਹੀ ਫੀਲਡ ਨੂੰ ਲਿੰਕ ਕੀਤੇ ਗਏ ਦੂਜੇ ਟੇਬਲ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਦੂਜੇ ਟੇਬਲ ਦੇ ਵਿੱਚ ਉਹ ਐਜ਼ ਏ ਫੋਰਨ ਕੀ ਕੰਮ ਕਰੇਗੀ। ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਪਰ 2 ਟੇਬਲ ਦੇਖ ਰਹੇ ਹੋ, ਦੋਵਾਂ ਦੇ ਵਿੱਚ ਰੋਲ ਨੰਬਰ ਨਾਂ ਦੀ ਜੋ ਫੀਲਡ ਹੈ ਉਹ ਇੱਕ ਕਾਮਨ ਫੀਲਡ ਹੈ ਅਤੇ ਫਸਟ ਟੇਬਲ ਦੇ ਵਿੱਚ ਰੋਲ ਨੰਬਰ ਇੱਕ ਪ੍ਰਾਇਮਰੀ ਕੀ ਦੇ ਤੌਰ ਤੇ ਵਰਕ ਕਰ ਰਿਹਾ ਹੈ ਅਤੇ ਸੈਕਿੰਡ ਟੇਬਲ ਦੇ ਵਿੱਚ ਐਜ਼ ਏ ਫੋਰਨ ਕੀਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਨਾਰਮਲਾਈਜੇਸ਼ਨ। ਨਾਰਮਲਾਈਜੇਸ਼ਨ ਤੋਂ ਭਾਵ ਕਿ ਡਾਟੇ ਨੂੰ ਸਿੰਪਲ ਅਤੇ ਸਰਲ ਤਰੀਕੇ ਦੇ ਨਾਲ ਸਟੋਰ ਕਰਨਾ ਕਿ ਉਸ ਦੇ ਵਿੱਚੋਂ ਇਨਫੋਰਮੇਸ਼ਨ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ, ਵੱਖ-ਵੱਖ ਰਿਕਾਰਡਸ ਨੂੰ ਯੂਨੀਕਲੀ ਆਇਡੈਂਟੀਫਾਈ ਕੀਤਾ ਜਾ ਸਕੇ ਅਤੇ ਕਿਸੇ ਵੀ ਕਿਸਮ ਦੀ ਡਾਟੇ ਦੀ ਡੁਪਲੀਕੇਸੀ ਨਾ ਹੋਵੇ। ਜਾਂ ਤੁਸੀਂ ਛੋਟੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੋ ਕਿ ਕਿਸੇ ਵੀ ਕੰਪਲੈਕਸ ਡਾਟੇ ਨੂੰ ਜਦੋਂ ਅਸੀਂ ਸਿਸਟੇਮੈਟਿਕ ਵੇ ਦੇ ਨਾਲ ਸਿੰਪਲ ਬਣਾ ਦਿੰਦੇ ਹਾਂ ਤਾਂ ਉਸ ਨੂੰ ਅਸੀਂ ਨਾਰਮਲਾਈਜੇਸ਼ਨ ਬੋਲਦੇ ਹਾਂ। ਇਹ ਇੱਕ ਵਿਗਿਆਨਿਕ ਵਿਧੀ ਹੈ ਜਿਸ ਦੁਆਰਾ ਔਖੇ ਟੇਬਲ ਨੂੰ ਬਿਲਕੁਲ ਆਸਾਨ ਤਰੀਕੇ ਦੇ ਨਾਲ ਯੂਜ਼ਰ ਦੇ ਸਮਝਣਯੋਗ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਟੇਬਲ ਦੇ ਵਿੱਚੋਂ ਰਿਡੰਡੈਂਸੀ ਨੂੰ ਘੱਟ ਕਰਨ ਅਤੇ ਡਾਟਾ ਇਨਕਨਸਿਸਟੈਂਸੀ ਨੂੰ ਘੱਟ ਕਰਨ ਜਾਂ ਖਤਮ ਕਰਨ ਅਤੇ ਆਪਣੇ ਡਾਟਾਬੇਸ ਨੂੰ ਮਜ਼ਬੂਤ ਕਰਨ ਲਈ ਸਾਨੂੰ ਅੱਗੇ ਲਿਖੇ ਕੁਝ ਰੂਲ ਅਪਣਾਉਣੇ ਚਾਹੀਦੇ ਹਨ। ਪਰ ਇੱਥੇ ਇਹ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਨਾਰਮਲਾਈਜੇਸ਼ਨ ਦੇ ਸਮੇਂ ਸਾਡੀ ਸੂਚਨਾ ਦਾ ਜ਼ਿਆਦਾ ਨੁਕਸਾਨ ਨਾ ਹੋਵੇ, ਕਿ
ਜਦੋਂ ਅਸੀਂ ਆਪਣੇ ਕਿਸੇ ਕੰਪਲੈਕਸ ਡਾਟੇ ਨੂੰ ਨੋਰਮਲਾਈਜ਼ ਕਰਦੇ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਾਡਾ ਡਾਟਾ ਸੇਵ ਹੋ ਸਕੇ। ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਟੇਬਲ ਵਿੱਚ ਇੱਕ ਆਇਡੈਂਟੀਫਾਇਰ ਜ਼ਰੂਰ ਹੋਣਾ ਚਾਹੀਦਾ ਹੈ ਜੋ ਵੱਖ-ਵੱਖ ਰਿਕਾਰਡਸ ਨੂੰ ਯੂਨੀਕਲੀ ਆਇਡੈਂਟੀਫਾਈ ਕਰੇ। ਹਰ ਟੇਬਲ ਵਿੱਚ ਇਕੱਲੀ ਇੱਕ ਟਾਈਪ ਦੀ ਐਂਟੀਟੀ ਨੂੰ ਹੀ ਸਟੋਰ ਕੀਤਾ ਜਾਣਾ ਚਾਹੀਦਾ ਹੈ। ਉਦਾਹਰਨ ਦੇ ਤੌਰ 'ਤੇ ਅਗਰ ਤੁਸੀਂ ਸਟੂਡੈਂਟ ਦਾ ਡਾਟਾ ਤਿਆਰ ਕਰ ਰਹੇ ਹੋ ਤਾਂ ਉਸ ਵਿੱਚ ਸਿਰਫ ਸਟੂਡੈਂਟ ਦੇ ਬਾਰੇ ਇਨਫੋਰਮੇਸ਼ਨ ਹੀ ਸਟੋਰ ਹੋਵੇ। ਅਗਰ ਤੁਸੀਂ ਸਟੂਡੈਂਟ ਦੀ ਐਜੂਕੇਸ਼ਨ ਨਾਲ ਰਿਲੇਟਡ ਇਨਫੋਰਮੇਸ਼ਨ ਸਟੋਰ ਕਰ ਰਹੇ ਹੋ ਤਾਂ ਉਸ ਵਿੱਚ ਸਟੂਡੈਂਟ ਦੀ ਐਜੂਕੇਸ਼ਨ ਨਾਲ ਸੰਬੰਧਿਤ ਫੀਲਡ ਜਾਂ ਰਿਕਾਰਡਸ ਹੀ ਸ਼ਾਮਿਲ ਕੀਤੇ ਜਾਣ। ਅਗਰ ਸਟੂਡੈਂਟ ਦੀ ਤੁਸੀਂ ਪਰਸਨਲ ਲਾਈਫ ਦੇ ਬਾਰੇ ਇਨਫੋਰਮੇਸ਼ਨ ਸਟੋਰ ਕਰ ਰਹੇ ਹੋ ਤਾਂ ਉਸ ਵਿੱਚ ਸਿਰਫ ਉਹੀ ਫੀਲਡ ਐਡ ਕੀਤੀਆਂ ਜਾਣ ਜਿਨ੍ਹਾਂ ਦਾ ਸੰਬੰਧ ਸਟੂਡੈਂਟ ਦੀ ਪਰਸਨਲ ਲਾਈਫ ਦੇ ਨਾਲ ਹੈ। ਨਲ ਵੈਲਿਊ ਘੱਟੋ ਘੱਟ ਸਟੋਰ ਕਰਨੀ ਚਾਹੀਦੀ ਹੈ। ਸੋ ਇਹ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਡਾਟੇ ਨੂੰ ਨੋਰਮਲਾਈਜ਼ ਕਰ ਸਕਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਰਿਲੇਸ਼ਨਸ਼ਿਪ ਕੀ ਹੁੰਦੇ ਨੇ। ਰਿਲੇਸ਼ਨਸ਼ਿਪ ਤੋਂ ਭਾਵ ਕਿ ਜਦੋਂ ਅਸੀਂ ਵੱਖ-ਵੱਖ ਟੇਬਲ ਦੇ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕਰਦੇ ਹਾਂ ਜਾਂ ਇਹ ਵੀ ਕਿਹਾ ਜਾਵੇ ਕਿ ਜਦੋਂ ਸਾਡੇ ਕੋਲ ਜ਼ਿਆਦਾ ਮਾਤਰਾ ਦੇ ਵਿੱਚ ਕੋਈ ਡਾਟਾ ਸਟੋਰ ਕਰਨਾ ਹੁੰਦਾ ਹੈ ਤਾਂ ਅਸੀਂ ਉਸ ਡਾਟੇ ਨੂੰ ਵੱਖ-ਵੱਖ ਟੇਬਲ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ ਅਤੇ ਉਹਨਾਂ ਵੱਖ-ਵੱਖ ਟੇਬਲ ਦਾ ਆਪਸ ਦੇ ਵਿੱਚ ਇੱਕ ਲਿੰਕ ਕ੍ਰੀਏਟ ਕਰ ਦਿੰਦੇ ਹਾਂ ਜਿਸ ਦੇ ਵਿੱਚ ਫੋਰਨ ਕੀ ਜਾਂ ਪ੍ਰਾਇਮਰੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਲਿੰਕ ਨੂੰ ਅਸੀਂ ਸੰਬੰਧ ਬੋਲਦੇ ਹਾਂ। ਉਹਨਾਂ ਲਿੰਕ ਦੀ ਵਰਤੋਂ ਕਰਕੇ ਅਸੀਂ ਇੱਕ ਟੇਬਲ ਦੀ ਮਦਦ ਦੇ ਨਾਲ ਦੂਜੇ ਟੇਬਲ ਦੇ ਵਿੱਚੋਂ ਇਨਫੋਰਮੇਸ਼ਨ ਨੂੰ ਐਕਸੈਸ ਕਰ ਸਕਦੇ ਹਾਂ। ਸੰਬੰਧ ਰਿਲੇਸ਼ਨਲ ਡਾਟਾਬੇਸ ਨੂੰ ਵੱਖ-ਵੱਖ ਟੇਬਲ ਵਿੱਚ ਵੰਡਣ ਅਤੇ ਸਟੋਰ ਕਰਨ ਦੀ ਆਗਿਆ ਦਿੰਦਾ ਹੈ। ਸੰਬੰਧ ਤੋਂ ਕੀ ਭਾਵ ਹੈ ਕਿ ਅਸੀਂ ਇਨਫੋਰਮੇਸ਼ਨ ਨੂੰ ਵੱਖ-ਵੱਖ ਟੇਬਲ ਵਿੱਚ ਸਟੋਰ ਕਰ ਸਕੀਏ, ਡਿਵਾਈਡ ਕਰ ਸਕੀਏ। ਇਹ ਰਿਲੇਸ਼ਨਲ ਡਾਟਾਬੇਸ ਵਿੱਚ ਇੱਕ ਅਜਿਹਾ ਮੌਕਾ ਹੁੰਦਾ ਹੈ ਜਿਸ ਵਿੱਚ ਇੱਕ ਟੇਬਲ ਦੀ ਫੋਰਨ ਕੀ ਹੁੰਦੀ ਹੈ ਜੋ ਕਿ ਕਿਸੇ ਹੋਰ ਟੇਬਲ ਦੇ ਵਿੱਚ ਪ੍ਰਾਇਮਰੀ ਕੀ ਦੇ ਵਜੋਂ ਵਰਤੀ ਜਾਂਦੀ ਹੈ ਅਤੇ ਅਸੀਂ ਫੋਰਨ ਕੀ ਅਤੇ ਪ੍ਰਾਇਮਰੀ ਕੀ ਦੀ ਵਰਤੋਂ ਕਰਕੇ ਡਾਟੇ ਨੂੰ ਐਕਸੈਸ ਕਰ ਸਕਦੇ ਹਾਂ। ਸੰਬੰਧਾਂ ਦੀਆਂ ਰਿਲੇਸ਼ਨਸ਼ਿਪਸ ਦੀਆਂ ਟਾਈਪਸ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਜਿਵੇਂ ਇੱਕ ਤੋਂ ਇੱਕ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇੱਕ ਤੋਂ ਇੱਕ ਸੰਬੰਧ। ਇੱਕ ਤੋਂ ਇੱਕ ਸੰਬੰਧ ਤੋਂ ਭਾਵ ਜਦੋਂ ਕਿਸੇ ਇੱਕੋ ਹੀ ਟੇਬਲ ਦੇ ਵੱਖ-ਵੱਖ ਕਾਲਮ ਆਪਸ ਵਿੱਚ ਸੰਬੰਧ ਤਿਆਰ ਕਰਦੇ ਹਨ ਤਾਂ ਇਸ ਤਰ੍ਹਾਂ ਦੇ ਸੰਬੰਧਾਂ ਨੂੰ ਅਸੀਂ ਇੱਕ ਤੋਂ ਇੱਕ ਸੰਬੰਧ ਬੋਲਦੇ ਹਾਂ। ਇੱਕ ਤੋਂ ਅਨੇਕ ਸੰਬੰਧ ਤੋਂ ਭਾਵ ਕਿ ਜਦੋਂ ਦੋ ਟੇਬਲਾਂ ਦੀ ਪ੍ਰਾਇਮਰੀ ਕੀ ਅਤੇ ਫੋਰਨ ਕੀ ਦੀ ਰਿਲੇਸ਼ਨਸ਼ਿਪ ਹੋਵੇ ਜਾਂ ਉਹਨਾਂ ਦਾ ਆਪਸ ਵਿੱਚ ਸੰਬੰਧ ਹੋਵੇ। ਇਸ ਵਿੱਚ ਇੱਕ ਟੇਬਲ ਦੀ ਇੱਕ ਰੋ ਦੂਜੇ ਟੇਬਲ ਦੀਆਂ ਇੱਕ ਤੋਂ ਜ਼ਿਆਦਾ ਰੋਜ਼ ਨਾਲ ਸੰਬੰਧ ਤਿਆਰ ਕਰਦੀ ਹੈ, ਉਸ ਨੂੰ ਅਸੀਂ ਇੱਕ ਤੋਂ ਅਨੇਕ ਸੰਬੰਧ ਬੋਲਦੇ ਹਾਂ। ਅਨੇਕ ਤੋਂ ਅਨੇਕ ਸੰਬੰਧ ਤੋਂ ਭਾਵ ਜਦੋਂ ਕਿਸੇ ਇੱਕ ਟੇਬਲ ਦੀਆਂ ਰੋਜ਼ ਕਿਸੇ ਹੋਰ ਟੇਬਲ ਦੀਆਂ ਵੱਖ-ਵੱਖ ਰੋਜ਼ ਦੇ ਨਾਲ ਸੰਬੰਧ ਤਿਆਰ ਕਰਦੀਆਂ ਹਨ, ਉਹਨਾਂ ਨੂੰ ਅਸੀਂ ਅਨੇਕ ਤੋਂ ਅਨੇਕ ਸੰਬੰਧ ਬੋਲਦੇ ਹਾਂ। ਇਹਨਾਂ ਦੋਵਾਂ ਟੇਬਲਸ ਦੇ ਵਿੱਚ ਕੰਪੋਜ਼ਿਟ ਕੀਜ਼ ਅਤੇ ਪ੍ਰਾਇਮਰੀ ਕੀਜ਼ ਦੋਨੋਂ ਹੀ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੰਮ ਕੀ ਹੁੰਦਾ ਹੈ ਕਿ ਵੱਖ-ਵੱਖ ਰੋਜ਼ ਦਾ ਸੰਬੰਧ ਦੂਸਰੇ ਟੇਬਲ ਦੀਆਂ ਵੱਖ-ਵੱਖ ਰੋਜ਼ ਨਾਲ ਕੀਤਾ ਜਾ ਸਕੇ। ਇਸ ਕਿਸਮ ਦੇ ਸੰਬੰਧਾਂ ਨੂੰ ਅਸੀਂ ਅਨੇਕ ਤੋਂ ਅਨੇਕ ਸੰਬੰਧ ਬੋਲਦੇ ਹਾਂ। ਸੋ ਇਹ ਸਨ ਤੁਹਾਡੇ ਚੈਪਟਰ ਨੰਬਰ 4 ਦੇ ਮੇਨ ਟੌਪਿਕ। ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦੱਸੇ ਗਏ ਜਿੰਨੇ ਵੀ ਟੌਪਿਕ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਹੋਰ ਵੀਡੀਓਜ਼ ਨੇ ਉਹਨਾਂ ਦੇ ਲਿੰਕ ਤੁਹਾਨੂੰ ਪ੍ਰਾਪਤ ਹੋ ਸਕਣ। ਸੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਥੈਂਕਸ।